ਫਰੈਂਡਸ, ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਲੋਕਤੰਤਰ ਤੇ ਇਸ ਦੇ ਮਹੱਤਵ ਬਾਰੇ ਪਿਛਲੀ ਕਲਾਸ ਦੇ ਵਿੱਚ ਪੜ੍ਹਿਆ ਸੀਗਾ ਕਿ ਲੋਕਤੰਤਰ ਸ਼ਬਦ ਦੀ ਉਤਪਤੀ ਕਿੱਥੋਂ ਹੋਈ ਹੈ, ਜਿਹਦੇ ਵਿੱਚ ਆਪਾਂ ਪੜ੍ਹਿਆ ਸੀਗਾ ਯੂਨਾਨੀ ਭਾਸ਼ਾ ਦੇ ਵਿੱਚੋਂ ਡੈਮੋਸ ਅਤੇ ਕ੍ਰੈਟੋਸ ਸ਼ਬਦ ਤੋਂ ਮਿਲ ਕੇ ਬਣਿਆ ਹੈ, ਜਿਸ ਦਾ ਅਰਥ ਹੈ ਲੋਕ ਸ਼ਕਤੀ। ਅਤੇ ਉਹ ਲੋਕਤੰਤਰ ਜਿਸ ਦੇ ਵਿੱਚ ਸ਼ਾਸਨ ਕਰਨ ਦੀ ਸ਼ਕਤੀ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ, ਇਸ ਬਾਰੇ ਆਪਾਂ ਪੜ੍ਹਿਆ ਸੀਗਾ। ਇਹਦੀ ਉਤਪਤੀ ਕਿੱਥੋਂ ਹੋਈ, ਕਿਹੜੀ ਭਾਸ਼ਾ ਤੋਂ ਹੋਈ। ਅਤੇ ਅੱਗੇ ਇਸ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ ਲੋਕਤੰਤਰ ਦੀਆਂ ਪਰਿਭਾਸ਼ਾਵਾਂ। ਕਿਹੜੇ ਕਿਹੜੇ ਵਿਦਵਾਨਾਂ ਨੇ ਲੋਕਤੰਤਰ ਨੂੰ ਕਿਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ ਅਤੇ ਆਪਣੇ ਵਿਚਾਰ ਕਿਸ ਤਰ੍ਹਾਂ ਪੇਸ਼ ਕੀਤੇ ਆਪਣੀਆਂ ਪਰਿਭਾਸ਼ਾਵਾਂ ਦੇ ਵਿੱਚ, ਇਸ ਬਾਰੇ ਆਪਾਂ ਪੜ੍ਹਨ ਜਾ ਰਹੇ ਹਾਂ। ਇਸ ਵਿੱਚ ਆਪਾਂ ਪੜ੍ਹਾਂਗੇ 10 ਰਾਈਟਰ ਦੀਆਂ ਵੈਰੀ ਇੰਪੋਰਟੈਂਟ ਪਰਿਭਾਸ਼ਾਵਾਂ ਅਤੇ ਉਹਨਾਂ ਦਾ ਸਿੱਟਾ ਕੱਢਾਂਗੇ ਕਿ ਕੀ ਨਿਕਲਿਆ, ਜੋ ਕਿ ਇਹ ਪਰਿਭਾਸ਼ਾਵਾਂ ਨੇ ਆਪਣੇ ETT ਕੈਡਰ ਦੇ ਜੋ ਵੀ ਵਿਦਿਆਰਥੀ ਨੇ ਉਹਨਾਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀਆਂ, ਕਿਉਂਕਿ ਇਹਨਾਂ ਦੀ ਜੋ ਇਹ ਪਰਿਭਾਸ਼ਾ ਹੈ ਸਿੱਧੀ ਸਿੱਧੀ ਕੁਐਸਚਨ ਦੇ ਵਿੱਚ ਦੇ ਕੇ ਪੁੱਛ ਲਿਆ ਜਾਏਗਾ ਕਿ ਕਿਹੜੇ ਰਾਈਟਰ ਨੇ, ਕਿਹੜੇ ਵਿਦਵਾਨ ਨੇ ਇਹ ਪਰਿਭਾਸ਼ਾ ਲਿਖੀ ਹੈ ਜਾਂ ਆਪਣੇ ਇਹ ਬੋਲ ਕਹੇ ਨੇ। ਤਾਂ ਉਹਦੇ ਵਿੱਚ ਆਪਾਂ ਸਹੀ ਜੋ ਰਾਈਟਰ ਹੈ ਉਹਦੇ ਉੱਤੇ ਟਿਕ ਕਰਨਾ ਹੋਏਗਾ। 4 ਰਾਈਟਰ ਦੇ ਨਾਂ ਦਿੱਤੇ ਜਾਣਗੇ, ਹੋਬਸ, ਲੋਕ, ਰੂਸੋ ਜਾਂ ਇਬਰਾਹਿਮ ਲਿੰਕਨ। ਤਾਂ ਆਓ ਪੜ੍ਹਦੇ ਹਾਂ ਇਹਨਾਂ ਪਰਿਭਾਸ਼ਾਵਾਂ ਬਾਰੇ ਕਿ ਕਿਹੜੇ ਵਿਦਵਾਨ ਨੇ ਕੀ ਪਰਿਭਾਸ਼ਾ ਦਿੱਤੀ ਹੈ, ਕੀ ਵਿਚਾਰ ਪੇਸ਼ ਕੀਤੇ ਆ ਲੋਕਤੰਤਰ ਦੇ ਬਾਰੇ, ਅਤੇ ਜਾਣਦੇ ਹਾਂ ਕਿ ਲੋਕਤੰਤਰ ਕੀ ਹੈ। ਆਓ ਤੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਆਪਣਾ ਚੈਨਲ ਦਾ ਨਾਂ ਹੈ ਵਨ ਕੁਐਸਚਨ। ਅਤੇ ਚਲੋ ਸ਼ੁਰੂ ਕਰਦੇ ਹਾਂ ਆਪਾਂ ਲੋਕਤੰਤਰ ਦੀਆਂ ਪਰਿਭਾਸ਼ਾਵਾਂ। ਲੋਕਤੰਤਰ ਦੀਆਂ ਪਰਿਭਾਸ਼ਾਵਾਂ ਸ਼ੁਰੂ ਕਰਦੇ ਹਾਂ ਆਪਾਂ। ਵੱਖ ਵੱਖ ਵਿਦਵਾਨਾਂ ਨੇ ਆਪਣੇ ਜਿਹੜੇ ਦ੍ਰਿਸ਼ਟੀਕੋਣਾਂ ਦੇ ਅਨੁਸਾਰ ਲੋਕਤੰਤਰ ਦੀਆਂ ਪਰਿਭਾਸ਼ਾਵਾਂ ਨੂੰ ਵਿਅਕਤ ਕੀਤਾ ਹੈ, ਜਿਹਦੇ ਵਿੱਚ ਲਾਰਡ ਬ੍ਰਾਈਸ ਨੇ ਪਹਿਲਾਂ ਕਿਹਾ ਹੈ। ਲਾਰਡ ਬ੍ਰਾਈਸ ਦੇ ਅਨੁਸਾਰ ਵੇਖਦੇ ਹਾਂ ਕੀ ਹੈ। ਲੋਕਤੰਤਰ ਸਰਕਾਰ ਦਾ ਉਹ ਰੂਪ ਹੈ ਜਿਸ ਵਿੱਚ ਰਾਜ ਦੀ ਸ਼ਾਸਨ ਕਰਨ ਦੀ ਸ਼ਕਤੀ ਕਿਸੇ ਇੱਕ ਵਿਸ਼ੇਸ਼ ਜੋ ਵਰਗ ਹੈ ਜਾਂ ਵਰਗਾਂ ਦੇ ਕੋਲ ਨਹੀਂ ਹੁੰਦੀ, ਕਿਸੇ ਇੱਕ ਵਿਸ਼ੇਸ਼ ਜਾਂ ਵਰਗਾਂ ਦੇ ਕੋਲ ਨਹੀਂ ਹੁੰਦੀ, ਬਲਕਿ ਸਮਾਜ ਦੇ ਸਾਰੇ ਮੈਂਬਰਾਂ ਦੇ ਕੋਲ ਸਮੂਹਿਕ ਰੂਪ ਦੇ ਵਿੱਚ ਹੁੰਦੀ ਹੈ ਅਤੇ ਸਾਰੇ ਮੈਂਬਰਾਂ ਨੂੰ ਪ੍ਰਾਪਤ ਹੁੰਦੀ ਹੈ। ਭਾਵ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਸ਼ਾਸਨ ਕਰਨ ਦੀ ਸ਼ਕਤੀ ਹੈ, ਸ਼ਾਸਨ ਕਰਨ ਦੀ ਜੋ ਪਾਵਰ ਹੈ, ਉਹ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੇ ਜਾਂ ਇਹ ਕਹੀਏ ਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਹੱਥ ਵਿੱਚ ਨਾ ਹੋ ਕੇ ਜਾਂ ਕਿਸੇ ਇੱਕ ਵਰਗ ਦੇ ਹੱਥ ਵਿੱਚ ਨਾ ਹੋ ਕੇ ਸਾਰੇ ਹੀ ਲੋਕਾਂ ਦੇ ਵਿੱਚ ਆਪਸ ਵਿੱਚ ਵੰਡੀ ਹੁੰਦੀ ਹੈ। ਅਤੇ ਹਰ ਵਿਅਕਤੀ ਜੋ ਹੈ ਆਪਣੇ ਪ੍ਰਤੀਨਿਧੀਆਂ ਦੁਆਰਾ ਜੋ ਹੈ ਸ਼ਾਸਨ ਜੋ ਹੈ ਕਰਦਾ ਹੈ ਅਤੇ ਆਪਣਾ ਪ੍ਰਤੀਨਿਧੀ ਖੁਦ ਚੁਣਦਾ ਹੈ। ਅਤੇ ਜੋ ਸ਼ਕਤੀ ਹੈ ਸਾਰੇ ਮੈਂਬਰਾਂ ਦੇ ਵਿੱਚ ਬਰਾਬਰ ਵੰਡੀ ਹੁੰਦੀ ਹੈ। ਦੂਜੀ ਪਰਿਭਾਸ਼ਾ ਆਪਣੀ ਪ੍ਰੋਫੈਸਰ ਸੀਲੇ ਦੀ। ਪ੍ਰੋਫੈਸਰ ਸੀਲੇ ਕੀ ਕਹਿ ਰਹੇ ਨੇ? ਲੋਕਤੰਤਰ ਉਹ ਸਰਕਾਰ ਹੈ ਜਿਸ ਵਿੱਚ ਹਰ ਵਿਅਕਤੀ ਹਿੱਸੇਦਾਰ ਹੁੰਦਾ ਹੈ। ਭਾਵ ਜੋ ਵੀ ਦੇਸ਼ ਦਾ ਨਾਗਰਿਕ ਹੈ ਉਹ ਲੋਕਤੰਤਰ ਦੇ ਵਿੱਚ ਹਿੱਸੇਦਾਰ ਹੁੰਦਾ, ਕਿਉਂਕਿ ਉਹੀ ਆਪਣੇ ਪ੍ਰਤੀਨਿਧੀ ਚੁਣਦਾ ਅਤੇ ਅੱਗੇ ਉਹਦੇ ਪ੍ਰਤੀਨਿਧੀ ਦੇਸ਼ ਦੇ ਮੁਖੀ ਨੂੰ ਚੁਣਦੇ ਹੈ ਅਤੇ ਉਹ ਪ੍ਰਤੀਨਿਧੀ ਹੀ ਦੇਸ਼ ਦਾ ਜੋ ਹੈ ਸ਼ਾਸਨ ਚਲਾਉਂਦੇ ਹੈ। ਭਾਵ ਪ੍ਰਤੀਨਿਧੀਆਂ ਦੁਆਰਾ ਲੋਕ ਹੀ ਆਪਣਾ ਜੋ ਹੈ ਦੇਸ਼ ਦਾ ਸ਼ਾਸਨ ਚਲਾਉਂਦੇ ਹੈ ਅਤੇ ਲੋਕਾਂ ਦੀ ਪ੍ਰਧਾਨਤਾ ਹੁੰਦੀ ਹੈ। ਇਹਦੇ ਵਿੱਚ ਜਨਤਾ ਲੋਕਤੰਤਰ ਦੇ ਵਿੱਚ ਸਰਵਉੱਚ ਹੁੰਦੀ ਹੈ। ਕੁਐਸਚਨ ਦੇ ਪਾ ਕੇ ਪੁੱਛਿਆ ਜਾ ਸਕਦਾ ਹੈ ਕਿ ਲੋਕਤੰਤਰ ਦੇ ਵਿੱਚ ਸਰਵਉੱਚ ਕੌਣ ਹੈ। ਆਪਸ਼ਨ ਦੇ ਦੇਗਾ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਲੋਕ ਜਾਂ ਜਨਤਾ। ਲੋਕ ਦੀ ਥਾਂ ਤੇ ਜਨਤਾ ਵੀ ਦੇ ਸਕਦਾ, ਤਾਂ ਆਪਣਾ ਆਨਸਰ ਹੋ ਜਾਏਗਾ ਲੋਕ ਜਾਂ ਜਨਤਾ। ਇੱਥੇ ਰਾਸ਼ਟਰਪਤੀ ਸਰਵਉੱਚ ਨਹੀਂ ਹੋਏਗਾ ਬਲਕਿ ਜਨਤਾ ਸਰਵਉੱਚ ਹੋਏਗੀ, ਕਿਉਂਕਿ ਜਨਤਾ ਦੇ ਦੁਆਰਾ ਹੀ ਰਾਸ਼ਟਰਪਤੀ ਚੁਣਿਆ ਜਾਂਦਾ ਹੈ ਲੋਕਤੰਤਰ ਦੇ ਵਿੱਚ। ਫਿਰ ਹੈ ਡਾਇਸੀ। ਡਾਇਸੀ ਨੇ ਕੀ ਕਿਹਾ ਆਪਣਾ? ਉਹ ਕਹਿੰਦਾ ਕਿ ਲੋਕਤੰਤਰ ਉਹ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਰਾਸ਼ਟਰ ਦਾ ਵੱਡਾ ਭਾਗ ਸ਼ਾਸਨ ਕਰਦਾ ਹੈ। ਰਾਸ਼ਟਰ ਦਾ ਵੱਡਾ ਭਾਗ ਜੋ ਹੈ ਸ਼ਾਸਨ ਕਰਦਾ ਹੈ। ਭਾਵ ਕਿ ਰਾਸ਼ਟਰ ਦੇ ਸਾਰੇ ਲੋਕ ਜੋ ਹੈ ਜਿਨ੍ਹਾਂ ਨੂੰ ਬਾਲਕ ਮਤਾਧਿਕਾਰ ਮਿਲਿਆ ਹੋਇਆ ਉਹ ਸਾਰੇ ਹੀ ਸ਼ਾਸਨ ਕਰਦੇ ਹੈ। ਅਗਲਾ ਆਪਣੇ ਹਾਲ ਨੇ ਕੀ ਕਿਹਾ? ਹਾਲ ਦੇ ਅਨੁਸਾਰ ਵੇਖ ਲੈਂਦੇ ਹਾਂ ਉਹਨਾਂ ਦੀ ਪਰਿਭਾਸ਼ਾ ਕੀ ਹੈ। ਲੋਕਤੰਤਰ ਉਹ ਰਾਜਨੀਤਿਕ ਸੰਗਠਨ ਹੈ ਜਿਸ ਉੱਤੇ ਲੋਕਮਤ ਦਾ ਨਿਯੰਤਰਣ ਹੁੰਦਾ ਹੈ। ਠੀਕ ਹੈ, ਲੋਕਤੰਤਰ ਉਹ ਰਾਜਨੀਤਿਕ ਸੰਗਠਨ ਹੈ ਜਿਸ ਦੇ ਉੱਤੇ ਲੋਕਮਤ ਦਾ ਨਿਯੰਤਰਣ ਹੁੰਦਾ ਹੈ। ਲੋਕਮਤ ਦਾ ਨਿਯੰਤਰਣ ਕਿਵੇਂ ਹੁੰਦਾ? ਕਿਉਂਕਿ ਲੋਕ ਜੋ ਹੈ ਰਾਜਨੀਤਿਕ ਸੰਗਠਨ ਦੇ ਜਿਹੜੇ ਵੀ ਪ੍ਰਤੀਨਿਧੀ ਚੁਣੇ ਜਾਂਦੇ ਹੈ ਉਹ ਆਪਣੇ ਮਤ ਦੇ ਰਾਹੀਂ ਉਹਨਾਂ ਨੂੰ ਚੁਣ ਕੇ ਭੇਜਦੇ ਆ, ਲੋਕ ਚੁਣ ਕੇ ਭੇਜਦੇ ਆ, ਉਹ ਆਪਣੇ ਆਪ ਨਹੀਂ ਚੁਣੇ ਜਾਂਦੇ। ਠੀਕ ਹੈ, ਅਤੇ ਉਸ ਤੋਂ ਬਾਅਦ ਆਪਣਾ ਹੈ ਪੰਜਵਾਂ ਪ੍ਰੋਫੈਸਰ ਸਟਰੋਂਗ। ਪ੍ਰੋਫੈਸਰ ਸਟਰੋਂਗ ਨੇ ਕੀ ਕਿਹਾ? ਲੋਕਤੰਤਰ ਦਾ ਭਾਵ ਅਜਿਹੀ ਸਰਕਾਰ ਤੋਂ ਹੈ ਜੋ ਪ੍ਰਜਾ ਦੀ ਕਿਰਿਆਸ਼ੀਲ ਸਹਿਮਤੀ 'ਤੇ ਆਧਾਰਿਤ ਹੁੰਦੀ ਹੈ।
ਲੋਕਤੰਤਰ ਭਾਵ ਅਜਿਹੀ ਸਰਕਾਰ ਜੋ ਪ੍ਰਜਾ ਦੀ ਕਿਰਿਆਸ਼ੀਲ ਸਹਿਮਤੀ ਤੇ ਆਧਾਰਿਤ ਹੋਵੇ। ਭਾਵ ਲੋਕਾਂ ਦੀ ਕਿਰਿਆਸ਼ੀਲ ਜੋ ਹੈ ਸਹਿਮਤੀ ਹੁੰਦੀ ਹੈ, ਇਹਦੇ 'ਚ ਉਹ ਆਪਣੇ ਮਤ ਦੇ ਕੇ ਇਹਨਾਂ ਨੂੰ ਚੁਣਦੇ ਆ, ਨਾ ਕਿ ਇਹ ਆਪਣੇ ਆਪ ਚੁਣੇ ਜਾਣ। ਤਾਂ ਇਹ ਲੋਕਤੰਤਰੀ ਸਰਕਾਰ ਦੀ ਪਰਿਭਾਸ਼ਾ ਸਟਰੋਂਗ ਨੇ ਦਿੱਤੀ ਹੈ। ਅਗਲੀ ਪਰਿਭਾਸ਼ਾ ਹੈਗੀ ਹੈ ਜੇ.ਐਸ. ਮਿਲ ਦੀ। ਜੇ.ਐਸ. ਮਿਲ ਦੇ ਅਨੁਸਾਰ ਲੋਕਤੰਤਰ ਕੀ ਹੈ? ਲੋਕਤੰਤਰ ਸਰਕਾਰ ਦੀ ਉਹ ਕਿਸਮ ਹੈ ਜਿਸ ਵਿੱਚ ਸਾਰੇ ਹੀ ਲੋਕ ਜਾਂ ਉਹਨਾਂ ਦੀ ਵੱਡੀ ਗਿਣਤੀ ਸਮੇਂ-ਸਮੇਂ ਚੁਣੇ ਗਏ ਪ੍ਰਤੀਨਿਧਾਂ ਦੁਆਰਾ ਸ਼ਾਸਨ ਕਰਦੀ ਹੈ। ਭਾਵ ਕਿ ਜਾਂ ਤਾਂ ਸਾਰੇ ਹੀ ਲੋਕ ਸ਼ਾਸਨ ਕਰਦੇ ਆ ਜਾਂ ਉਹਨਾਂ ਦੇ ਦੁਆਰਾ ਚੁਣੀ ਗਈ ਵੱਡੀ ਗਿਣਤੀ ਪ੍ਰਤੀਨਿਧਾਂ ਦੇ ਦੁਆਰਾ ਚੋਣ ਕਰਦੀ ਹੈ। ਠੀਕ ਹੈ, ਜੋ ਸ਼ਾਸਨ ਕਰਦੀ ਹੈ ਪ੍ਰਤੀਨਿਧਾਂ ਦੇ ਦੁਆਰਾ ਸ਼ਾਸਨ ਕਰਦੀ ਹੈ। ਪ੍ਰੋਫੈਸਰ ਗੈਲਟ ਦੇ ਅਨੁਸਾਰ, ਪ੍ਰੋਫੈਸਰ ਗੈਲਟ ਨੇ ਕੀ ਕਿਹਾ? ਲੋਕਤੰਤਰ ਸਰਕਾਰ ਦੀ ਉਹ ਕਿਸਮ ਹੈ ਜਿਸ ਵਿੱਚ ਸਰਵਉੱਚ ਸੱਤਾ ਵਿੱਚ ਹਿੱਸਾ ਲੈਣ ਦਾ ਅਧਿਕਾਰ ਆਮ ਜਨਤਾ ਨੂੰ ਹੁੰਦਾ ਹੈ। ਭਾਵ ਸਰਵਉੱਚ ਸੱਤਾ ਜੋ ਵੀ ਹੋਏ, ਜਿਸ ਵੀ ਰਾਸ਼ਟਰ ਦੀ, ਉਸ ਦੇ ਵਿੱਚ ਭਾਗ ਲੈਣ ਦਾ ਹਿੱਸਾ ਆਮ ਜਨਤਾ ਨੂੰ ਵੀ ਹੁੰਦਾ ਹੈ। ਕੋਈ ਵੀ ਜੋ ਹੈ ਆਪਣੇ MP MLA ਦੀਆਂ ਚੁਣਾਵ ਜੋ ਹੈ ਲੜ ਸਕਦਾ ਹੈ, ਰਾਸ਼ਟਰਪਤੀ ਚੁਣਿਆ ਜਾ ਸਕਦਾ ਹੈ। ਠੀਕ ਹੈ, ਤੇ ਵੋਟ ਦੇਣ ਦਾ ਅਧਿਕਾਰ ਜੋ ਹੈ ਸਾਰੇ ਨਾਗਰਿਕਾਂ ਨੂੰ ਪ੍ਰਾਪਤ ਹੁੰਦਾ ਹੈ, ਤੇ ਉਹ ਆਪਣੇ ਵੋਟ ਦੇ ਅਧਿਕਾਰ ਦੇ ਥਰੂ ਹੀ ਆਪਣੇ ਪ੍ਰਤੀਨਿਧ ਚੁਣਦੇ ਆ, ਤੇ ਇਹਨਾਂ ਦੇ ਚੁਣੇ ਗਏ ਪ੍ਰਤੀਨਿਧ ਹੀ ਅੱਗੇ ਜਾ ਕੇ ਦੇਸ਼ ਦੇ ਮੁਖੀ ਰਾਸ਼ਟਰਪਤੀ ਦੀ ਚੋਣ ਕਰਦੇ ਨੇ। ਤਾਂ ਇਹ ਹੈਗਾ ਲੋਕਤੰਤਰ ਗੈਲਟ ਦੇ ਅਨੁਸਾਰ। ਫਿਰ ਆਪਣੇ ਅਬਰਾਹਮ ਲਿੰਕਨ ਨੇ ਕੀ ਕਿਹਾ? ਇਹ ਪਰਿਭਾਸ਼ਾ ਅਬਰਾਹਮ ਲਿੰਕਨ ਦੀ ਜੋ ਹੈ ਵੈਰੀ ਇੰਪੋਰਟੈਂਟ ਹੈ। ਇਹ PPSC ਦੇ ਵਿੱਚ ਵਾਰ-ਵਾਰ ਰਿਪੀਟ ਹੋਈ ਹੈ, ਤੇ PSSB ਦੇ ਐਗਜ਼ਾਮ ਦੇ ਵਿੱਚ ਵੀ, PSSB ਦਾ ਜੋ ਕਲਰਕ ਦਾ ਐਗਜ਼ਾਮ ਹੁੰਦਾ ਹੈ ਚੰਡੀਗੜ੍ਹ ਹਾਈ ਕੋਰਟ ਦੇ ਲਈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦਾ ਜੋ ਕਲਰਕ ਦਾ ਐਗਜ਼ਾਮ ਹੁੰਦਾ ਹੈ, ਉਹਦੇ ਵਿੱਚ 2-3 ਵਾਰ ਆ ਚੁੱਕੀ ਹੈ। ਬਹੁਤ ਇੰਪੋਰਟੈਂਟ ਹੈਗੀ ਹੈ, ਤੇ ETT ਕੈਡਰ ਦੇ ਜੋ ਵੀ ਸਟੂਡੈਂਟ ਨੇ ਉਹਨਾਂ ਦੇ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਲੋਕਤੰਤਰ ਦੀ ਪਰਿਭਾਸ਼ਾ ਇਬਰਾਹਿਮ ਲਿੰਕਨ ਵਾਲੀ। ਇਹ ਕਿਸ ਤਰ੍ਹਾਂ ਨਾਲ ਆਈ ਸੀਗੀ ਪੇਪਰ ਦੇ ਵਿੱਚ? ਇਹਨਾਂ ਨੇ ਸਿੱਧੀ ਪਰਿਭਾਸ਼ਾ ਦੇ ਦਿੱਤੀ ਸੀਗੀ ਪੂਰੀ। ਲੋਕਤੰਤਰ ਲੋਕਾਂ ਦੀ, ਲੋਕਾਂ ਦੇ ਲਈ, ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ। ਇਹ ਪਰਿਭਾਸ਼ਾ ਕਿਸ ਨੇ ਕਹੀ ਹੈ ਜਾਂ ਇਹ ਸ਼ਬਦ ਕਿਸ ਦੇ ਕਹੇ ਹੈ? ਇਸ ਤਰ੍ਹਾਂ ਇਹ ਕੁਐਸਚਨ ਆਇਆ ਸੀਗਾ, ਤਾਂ ਆਪਸ਼ਨ ਇਹਦਾ ਆਨਸਰ ਸੀਗਾ ਅਬਰਾਹਮ ਲਿੰਕਨ। ਠੀਕ ਹੈ, ਤਾਂ ਕਨਫਿਊਜ਼ ਨਹੀਂ ਹੋਣਾ, ਇਹ ਅਬਰਾਹਮ ਲਿੰਕਨ ਨੇ ਕਹੀ ਹੈ। ਅਬਰਾਹਮ ਲਿੰਕਨ ਕਹਿ ਰਹੇ ਨੇ ਕਿ ਲੋਕਾਂ ਦੀ ਇਹ ਸਰਕਾਰ ਹੁੰਦੀ ਹੈ। ਲੋਕਤੰਤਰ ਕੀ ਹੈ? ਇਹ ਲੋਕਾਂ ਦੀ ਹੁੰਦੀ ਹੈ, ਲੋਕਾਂ ਦੇ ਲਈ ਹੁੰਦੀ ਹੈ, ਲੋਕ ਖੁਦ ਦੇ ਲਈ ਚੁਣਦੇ ਆ ਇਸ ਨੂੰ, ਤੇ ਲੋਕਾਂ ਦੇ ਦੁਆਰਾ ਹੀ ਚੁਣੀ ਜਾਂਦੀ ਹੈ। ਠੀਕ ਹੈ, ਇਹਦੇ ਵਿੱਚ ਸ਼ਾਸਨ ਕਰਨ ਵਾਲੇ ਲੋਕ ਹੁੰਦੇ ਆ, ਇਸ ਲਈ ਲੋਕਾਂ ਦੀ ਹੁੰਦੀ ਹੈ। ਲੋਕਾਂ ਦੇ ਲਈ, ਇਹ ਲੋਕਾਂ ਦੇ ਕਾਰ ਵਿਹਾਰ ਨੂੰ ਸੁਚਾਰੂ ਰੂਪ ਚਲਾਉਣ ਦੇ ਲਈ ਇਸ ਨੂੰ ਬਣਾਇਆ ਜਾਂਦਾ, ਇਸ ਲਈ ਲੋਕਾਂ ਲਈ ਹੁੰਦੀ ਹੈ। ਲੋਕਾਂ ਦੁਆਰਾ ਭਾਵ ਮਤ ਅਧਿਕਾਰ, ਜੋ ਆਪਣਾ ਬਾਲਗ ਵੋਟ ਮਤ ਅਧਿਕਾਰ ਆਪਾਂ ਨੂੰ ਮਿਲਿਆ ਹੋਇਆ ਹੈ, ਉਹਦੇ ਦੁਆਰਾ ਪ੍ਰਤੀਨਿਧ ਚੁਣ ਕੇ ਬਣਾਈ ਜਾਂਦੀ ਹੈ। ਤਾਂ ਲੋਕਾਂ ਦੁਆਰਾ ਹੁੰਦੀ ਹੈ ਬਣਾਈ ਗਈ ਸਰਕਾਰ। ਲੋਕਾਂ ਦੀ, ਲੋਕਾਂ ਦੇ ਲਈ, ਲੋਕਾਂ ਦੇ ਦੁਆਰਾ ਬਣਾਈ ਗਈ ਸਰਕਾਰ ਨੂੰ ਆਪਾਂ ਲੋਕਤੰਤਰੀ ਸਰਕਾਰ ਜਾਂ ਲੋਕਤੰਤਰ ਕਹਿੰਦੇ ਹਾਂ। ਆਪਣਾ ਅਗਲੀ ਪਰਿਭਾਸ਼ਾ ਹੈਗੀ ਆ ਅਲੈਗਜ਼ੈਂਡਰ ਗਰੋਥ ਦੀ। ਅਲੈਗਜ਼ੈਂਡਰ ਗਰੋਥ ਦੇ ਅਨੁਸਾਰ ਲੋਕਤੰਤਰ ਦਾ ਅਰਥ ਬਹੁਮਤ ਦਾ ਸ਼ਾਸਨ ਜਿਸ ਵਿੱਚ ਘੱਟ ਗਿਣਤੀਆਂ ਦੇ ਅਧਿਕਾਰੀਆਂ ਦੀ ਸੁਰੱਖਿਆ ਹੋਵੇ। ਘੱਟ ਗਿਣਤੀਆਂ ਦੇ ਅਧਿਕਾਰੀਆਂ ਦੀ ਸੁਰੱਖਿਆ ਹੋਵੇ, ਭਾਵ ਬਹੁਮਤ ਦਾ ਸ਼ਾਸਨ। ਆਪਾਂ ਬਾਲਗ ਵੋਟ ਮਤ ਦੇ ਕੇ ਕਿਸੇ ਵੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਉਂਦੇ ਆ, ਤਾਂ ਜਿਹੜੀ ਵੀ ਪਾਰਟੀ ਨੂੰ ਆਪਾਂ ਜ਼ਿਆਦਾ ਤੋਂ ਜ਼ਿਆਦਾ ਵੋਟ ਦੇ ਦਿੰਦੇ ਆ, ਉਹ ਬਹੁਮਤ ਪ੍ਰਾਪਤ ਪਾਰਟੀ ਬਣ ਜਾਂਦੀ ਹੈ, ਤੇ ਉਹੀ ਆਪਣੇ ਅੱਗੇ ਚੱਲ ਕੇ ਸਰਕਾਰ ਬਣਾਉਂਦੀ ਹੈ, ਉਹੀ ਸ਼ਾਸਨ ਕਰਦੀ ਹੈ। ਤੇ ਇਹਦੇ ਵਿੱਚ ਕੀ ਹੈ? ਘੱਟ ਗਿਣਤੀ ਦੇ ਲੋਕ ਜਿਹੜੇ ਹੁੰਦੇ ਆ ਉਹਨਾਂ ਨੂੰ ਆਰਕਸ਼ਣ ਵੀ ਦਿੱਤਾ ਜਾਂਦਾ ਹੈ, ਤਾਂ ਘੱਟ ਗਿਣਤੀਆਂ ਦੇ ਆਰਕਸ਼ਣ ਦੇ ਕੇ ਉਹਨਾਂ ਦੇ ਅਧਿਕਾਰਾਂ ਦੀ ਜੋ ਹੈ ਸੁਰੱਖਿਆ ਵੀ ਕੀਤੀ ਜਾਂਦੀ ਹੈ। ਤਾਂ ਇਹ ਕੀ ਹੈ? ਲੋਕਤੰਤਰ ਦੀ ਪਰਿਭਾਸ਼ਾ ਹੈਗੀ ਹੈ ਅਲੈਗਜ਼ੈਂਡਰ ਗਰੋਥ ਦੇ ਅਨੁਸਾਰ। ਫਿਰ ਆਪਣਾ 10ਵੀਂ ਪਰਿਭਾਸ਼ਾ S.E. ਫਾਈਨਰ ਦੇ ਅਨੁਸਾਰ ਲੋਕਤੰਤਰ ਦਾ ਮੁੱਢਲਾ ਅਰਥ ਉਸ ਸਰਕਾਰ ਤੋਂ ਹੈ। ਲੋਕਤੰਤਰ ਦਾ ਮੁੱਢਲਾ ਭਾਵ ਜੋ ਹੈ ਉਸ ਸਰਕਾਰ ਤੋਂ ਹੈ ਜੋ ਲੋਕਮਤ ਤੇ ਆਧਾਰਿਤ ਹੈ। ਭਾਵ ਲੋਕਾਂ ਦੇ ਮਤ ਤੇ ਆਧਾਰਿਤ ਹੈ, ਲੋਕ ਚੁਣਨਗੇ ਉਹਨੂੰ, ਕੋਈ ਆਪਣੇ ਆਪ ਨਹੀਂ ਸੱਤਾ ਹਾਸਲ ਕਰ ਲੇਗਾ, ਨਾ ਹੀ ਕੁਰਸੀ ਤੇ ਬਹਿ ਜਾਏਗਾ, ਬਲਕਿ ਲੋਕ ਖੁਦ ਚੁਣਨਗੇ। ਅਤੇ ਇਸ ਦੇ ਸਾਹਮਣੇ ਜ਼ਿੰਮੇਵਾਰ ਵੀ ਹੈ, ਅਤੇ ਲੋਕਾਂ ਦੇ ਸਾਹਮਣੇ ਹੀ ਜ਼ਿੰਮੇਵਾਰ ਹੈ। ਲੋਕਤੰਤਰ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਜ਼ਿੰਮੇਦਾਰ ਹੈ ਉਹ ਸਰਕਾਰ। ਇਹ ਲੋਕਮਤ ਬਾਹਰੀ ਰੂਪ ਵਿੱਚ ਅਤੇ ਇਹ ਲੋਕਮਤ ਜੋ ਹੈ ਬਾਹਰੀ ਰੂਪ ਵਿੱਚ ਅਤੇ ਵਿੱਚ ਪ੍ਰਗਟ ਕੀਤਾ ਜਾਂਦਾ ਹੈ। ਇਹ ਲੋਕਮਤ ਜਿਹੜਾ ਹੈ ਬਾਹਰੀ ਤੌਰ ਤੇ ਸੁਤੰਤਰ ਰੂਪ ਵਿੱਚ ਪ੍ਰਗਟ ਕੀਤਾ ਜਾਂਦਾ ਹੈ, ਕਿਉਂਕਿ ਆਪਾਂ ਸਾਰਿਆਂ ਦੇ ਸਾਹਮਣੇ ਆਪਣੇ ਪ੍ਰਤੀਨਿਧਾਂ ਨੂੰ ਵੋਟ ਪਾਉਂਦੇ ਆ। ਠੀਕ ਹੈ, ਅੱਗੇ ਜਾ ਕੇ
ਜੋ ਆਪਣੇ ਪ੍ਰਤੀਨਿਧੀ ਹੈ ਉਹ ਦੇਸ਼ ਦੇ ਰਾਸ਼ਟਰਪਤੀ ਨੂੰ ਜੇਕਰ ਚੁਣਦੇ ਆ ਤਾਂ ਉਹ ਸਾਰਿਆਂ ਦੇ ਸਾਹਮਣੇ ਨਹੀਂ ਚੁਣਦੇ, ਉਹ ਅਪ੍ਰਤੱਖ ਤਰੀਕੇ ਨਾਲ ਚੁਣਦੇ ਹੈ। ਤਾਂ ਇਹਨਾਂ ਨੇ ਇਹ ਜੋ 3 ਲਾਈਨਾਂ ਦੇ ਵਿੱਚ ਪਰਿਭਾਸ਼ਾ ਦਿੱਤੀ ਹੋਈ ਹੈ ਕਿ ਲੋਕ ਜੋ ਹੈ ਉਹ ਬਾਹਰੀ ਤੌਰ ਤੇ ਸੁਤੰਤਰ ਰੂਪ ਦੇ ਵਿੱਚ ਆਪਣਾ ਜਿਹੜਾ ਹੈ ਮਤ ਪ੍ਰਗਟ ਕਰਦੇ ਨੇ। ਲੋਕਮਤ ਦੇ ਵੱਖ-ਵੱਖ ਭਾਗਾਂ ਵਿੱਚ ਮਤਭੇਦ ਦੀ ਸੂਰਤ ਵਿੱਚ ਬਹੁਮਤ ਦੀ ਰਾਏ ਲਾਗੂ ਹੁੰਦੀ ਹੈ। ਭਾਵ ਲੋਕਮਤ ਦੇ ਵੱਖ-ਵੱਖ ਭਾਗਾਂ ਵਿੱਚ ਜੇਕਰ ਕੋਈ ਮਤਭੇਦ ਹੁੰਦਾ ਹੈ ਤਾਂ ਬਹੁਮਤ ਦੀ ਰਾਏ ਜਿਹੜੀ ਆ ਉਹ ਲਾਗੂ ਹੋਏਗੀ ਕਿ ਬਹੁਮਤ ਕਿਸ ਤਰਫ ਜ਼ਿਆਦਾ ਹੈ, ਲੋਕ ਕਿਸ ਪੱਖ ਦੇ ਵਿੱਚ ਜ਼ਿਆਦਾ ਬੋਲ ਰਹੇ ਨੇ, ਤਾਂ ਇਹ ਜੋ ਹੈ ਬਹੁਮਤ ਵੇਖਿਆ ਜਾਏਗਾ ਤੇ ਬਹੁਮਤ ਦੀ ਰਾਏ ਜਿਹੜੀ ਹੈ ਲਾਗੂ ਹੋਏਗੀ। ਤਾਂ ਇਹਨਾਂ ਪਰਿਭਾਸ਼ਾਵਾਂ ਨੂੰ ਵੇਖਦੇ ਹੋਏ ਆਪਾਂ ਸਾਰੀਆਂ ਪਰਿਭਾਸ਼ਾਵਾਂ 10 ਦੀ 10 ਪੜ੍ਹ ਲਈਆਂ ਲੋਕਤੰਤਰ ਦੀਆਂ ਪਰਿਭਾਸ਼ਾਵਾਂ। ਇਹਨਾਂ ਦਾ ਸਿੱਟਾ ਕੀ ਹੈ, ਇਹਨਾਂ ਪਰਿਭਾਸ਼ਾਵਾਂ ਨੂੰ ਪੜ੍ਹਨ ਤੋਂ ਬਾਅਦ ਕੀ ਸਿੱਟਾ ਨਿਕਲਦਾ ਲੋਕਤੰਤਰ ਦੇ ਬਾਰੇ ਕਿ ਲੋਕਤੰਤਰ ਕੀ ਹੈ। ਤਾਂ ਆਪਾਂ ਵੇਖ ਲੈਨੇ ਕਿ ਸਿੱਟਾ ਕੀ ਨਿਕਲਦਾ। ਉੱਪਰ ਲਿਖੀਆਂ ਵੱਖ-ਵੱਖ ਪਰਿਭਾਸ਼ਾਵਾਂ ਪੜ੍ਹਨ ਤੋਂ ਪਿੱਛੋਂ ਸਾਰੀਆਂ ਵੱਖ-ਵੱਖ ਪਰਿਭਾਸ਼ਾਵਾਂ ਪੜ੍ਹਨ ਤੋਂ ਪਿੱਛੋਂ ਅਸੀਂ ਦੇਖਦੇ ਹਾਂ ਕਿ ਕੁਝ ਲੋਕਾਂ ਅਨੁਸਾਰ ਲੋਕਤੰਤਰ ਸਾਰੇ ਲੋਕਾਂ ਦਾ ਸ਼ਾਸਨ ਹੈ ਅਤੇ ਕੁਝ ਅਨੁਸਾਰ ਇਹ ਬਹੁਮਤ ਦਾ ਸ਼ਾਸਨ ਹੈ। ਭਾਵ ਕੁਝ ਵਿਦਵਾਨਾਂ ਨੇ ਇਹ ਕਿਹਾ ਕਿ ਇਹ ਲੋਕਾਂ ਦਾ ਸ਼ਾਸਨ ਹੈ, ਭਾਵ ਉਹਨਾਂ ਨੇ ਸਾਰੇ ਹੀ ਲੋਕਾਂ ਦੇ ਲਈ ਕਹਿਤਾ ਕਿ ਇਹ ਲੋਕਾਂ ਦਾ ਸ਼ਾਸਨ ਹੈ। ਪਰ ਕੁਝ ਵਿਦਵਾਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਹ ਬਹੁਮਤ ਦਾ ਸ਼ਾਸਨ ਹੈ। ਠੀਕ ਹੈ, ਜਿਵੇਂ ਹੁਣ ਆਪਣੀ 10ਵੀਂ ਪਰਿਭਾਸ਼ਾ ਵੇਖੀ ਆਪਾਂ ਤਾਂ ਇਹਦੇ ਵਿੱਚ ਇਹ ਕਿਹਾ ਗਿਆ ਕਿ ਬਹੁਮਤ ਦਾ ਸ਼ਾਸਨ ਹੈ। ਅਸਲ ਵਿੱਚ ਲੋਕਤੰਤਰ ਸ਼ਾਸਨ ਪ੍ਰਣਾਲੀ ਵਿੱਚ ਸਰਵ ਉੱਚ ਸ਼ਕਤੀ ਲੋਕਾਂ ਕੋਲ ਹੁੰਦੀ ਹੈ। ਭਾਵ ਸ਼ਾਸਨ ਕਰਨ ਦੀ ਸ਼ਕਤੀ ਜੋ ਹੈ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਉਹ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ, ਸ਼ਾਸਨ ਕਰਨ ਦੀ ਸ਼ਕਤੀ, ਜਿਸ ਦਾ ਪ੍ਰਯੋਗ ਉਹ ਪ੍ਰਤੱਖ ਰੂਪ ਵਿੱਚ ਚੁਣੇ ਗਏ ਆਪਣੇ ਪ੍ਰਤੀਨਿਧਾਂ ਦੁਆਰਾ ਕਰਦੇ ਹਨ। ਤੇ ਇਸ ਸ਼ਕਤੀ ਦਾ ਪ੍ਰਯੋਗ ਕਿਸ ਦੇ ਦੁਆਰਾ ਕਰਦੇ ਹਨ? ਉਹ ਪ੍ਰਤੱਖ ਰੂਪ ਦੇ ਵਿੱਚ ਬਾਲਗ ਮਤ ਅਧਿਕਾਰ ਦਾ ਯੂਜ਼ ਕਰਕੇ ਆਪਣੇ ਪ੍ਰਤੀਨਿਧ ਚੁਣ ਕੇ ਉਹਨਾਂ ਪ੍ਰਤੀਨਿਧੀਆਂ ਦੁਆਰਾ ਇਹ ਸ਼ਕਤੀ ਦਾ ਪ੍ਰਯੋਗ ਕਰਵਾਉਂਦੇ ਹੈ ਅਤੇ ਪ੍ਰਤੀਨਿਧੀ ਆਪਣੇ ਕਾਰਜਾਂ ਲਈ ਲੋਕਾਂ ਦੇ ਸਾਹਮਣੇ ਜ਼ਿੰਮੇਦਾਰ ਹੁੰਦੇ ਨੇ। ਜਿਹੜੇ ਉਹ ਪ੍ਰਤੀਨਿਧੀ ਚੁਣੇ ਜਾਂਦੇ ਆ MP MLA, ਉਹ ਆਪਣੇ ਕਾਰਜਾਂ ਦੇ ਲਈ ਲੋਕਾਂ ਦੇ ਸਾਹਮਣੇ ਜ਼ਿੰਮੇਦਾਰ ਹੁੰਦੇ ਨੇ। ਭਾਵੇਂ ਕਿ ਲੋਕਤੰਤਰ ਵਿੱਚ ਬਹੁਮਤ ਨੂੰ ਸ਼ਾਸਨ ਕਰਨ ਦਾ ਅਧਿਕਾਰ ਪ੍ਰਾਪਤ ਹੈ। ਬਹੁਮਤ ਨੂੰ ਸ਼ਾਸਨ ਕਰਨ ਦਾ ਅਧਿਕਾਰ ਕਿਵੇਂ ਪ੍ਰਾਪਤ ਹੈ? ਜਿਵੇਂ ਕਿ ਹੁਣ ਇਲੈਕਸ਼ਨ ਹੋਣਗੇ, ਜਿਹੜੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਵੋਟ ਮਿਲਣਗੇ, ਜਿਹਨੂੰ ਜ਼ਿਆਦਾ ਮਤ ਮਿਲਣਗੇ, ਉਹੀ ਆਪਣੀ